Hello dear learner, welcome to our channel IELTS Fever and this is Manpreet. Today I am sharing with you another latest QCard topic and today's topic is about describe a course that impressed you a lot. You should say what the course was about, where you took the course, what you did during the course and explain why it impressed you a lot. सो क्यू कार्ड है जी अपना कोई कोर्स जिन्हें ਤੁਹਾਨੂੰ ਇੰਪ੍ਰੈਸ ਕੀਤਾ ਹੋਵੇ ਜਾਂ ਜੋ ਤੁਹਾਡੇ ਵਾਸਤੇ ਯੂਜ਼ਫੁਲ ਰਿਹਾ ਹੋਵੇ ਉਹ ਕੋਰਸ ਕੀ ਹੈ ਕਦੋਂ ਤੁਸੀਂ ਉਹ ਕੋਰਸ ਲਿਆ ਤੇ ਕੀ ਐਕਟੀਵਿਟੀਜ਼ ਔਰ ਕੀ ਨੌਲੇਜ ਤੁਸੀਂ ਗੇਨ ਕੀਤੀ ਉਸ ਕੋਰਸ ਦੇ ਦੌਰਾਨ ਤੇ ਇਸ ਤੋਂ ਇਲਾਵਾ ਵਾਈ ਕਿਉਂ ਤੁਹਾਨੂੰ ਲੱਗਦਾ ਹੈ ਕਿ ਉਹ ਯੂਜ਼ਫੁਲ ਸੀ ਤੇ ਉਹਨੇ ਇੰਪ੍ਰੈਸ ਕੀਤਾ ਤੁਹਾਨੂੰ ਬਹੁਤ ਜ਼ਿਆਦਾ ਸੋ ਆਈਡੀਆਜ਼ ਕਿਵੇਂ ਜਨਰੇਟ ਕਰਨੇ ਨੇ ਤੁਸੀਂ ਆਈਡੀਆਜ਼ ਕੋਈ ਵੀ ਕੋਰਸ ਬਾਰੇ ਬੋਲ ਸਕਦੇ ਹੋ ਕੁਕਿੰਗ ਡਰਾਈਵਿੰਗ ਪੇਂਟਿੰਗ ਡਾਂਸਿੰਗ ਠੀਕ ਹੈ ਕੰਪਿਊਟਰ ਕੋਰਸ ਸੋ ਵੇਅਰ ਯੂ ਟੁਕ ਇਹਦਾ ਆਨਸਰ ਕਿਵੇਂ ਦੇਣਾ ਆ ਤੁਸੀਂ ਔਨਲਾਈਨ ਕੀਤਾ ਆ ਆਫਲਾਈਨ ਕੀਤਾ ਆ ਥੋੜ੍ਹਾ ਜਿਹਾ ਐਲੋਬਰੇਟ ਕਰਨ ਵਾਸਤੇ ਤੁਸੀਂ ਐਡੀਸ਼ਨਲ ਇਨਫੋਰਮੇਸ਼ਨ ਐਡ ਕਰ ਸਕਦੇ ਹੋ ਜਿਵੇਂ ਕਿ ਕੋਰਸ ਦਾ ਟਾਈਮ ਪੀਰੀਅਡ ਕਿੰਨਾ ਸੀ ਟਾਈਮ ਡਿਊਰੇਸ਼ਨ ਕਿੰਨੀ ਸੀਗੀ 6 ਮੰਥ ਕੋਰਸ ਸੀ 3 ਮੰਥ ਕੋਰਸ ਸੀਗਾ 1 ਈਅਰ ਦਾ ਕੋਰਸ ਸੀ 2 ਈਅਰਸ ਦਾ ਕੋਰਸ ਸੀ ਜੋ ਵੀ ਸੀਗਾ ਉਹ ਤੁਸੀਂ ਮੈਂਸ਼ਨ ਕਰ ਸਕਦੇ ਹੋ ਪਲੱਸ ਉਹਦਾ ਫੀਸ ਸਟਰਕਚਰ ਤੁਸੀਂ ਮੈਂਸ਼ਨ ਕਰ ਸਕਦੇ ਹੋ ਉਹ ਕਿੰਨੇ ਪਾਰਟਸ ਕੋਰਸ ਤੁਹਾਡਾ ਡਿਵਾਈਡ ਸੀਗਾ ਮਤਲਬ ਇੱਕ ਸਮੈਸਟਰ ਸੀ 2 ਸਮੈਸਟਰ ਸੀ ਜਾਂ ਕਿੰਨੇ ਮੋਡਿਊਲ ਸੀਗੇ ਉਹਦੇ ਵਿੱਚ ਉਹ ਤੁਸੀਂ ਇਨਕਲੂਡ ਕਰ ਸਕਦੇ ਹੋ ਵਿੱਚ ਨੈਕਸਟ ਉਹਨਾਂ ਨੇ ਬੁਲੇਟ ਪੁਆਇੰਟ ਤੁਹਾਨੂੰ ਦਿੱਤਾ ਵਟ ਯੂ ਡਿਡ ਡਿਊਰਿੰਗ ਦਾ ਕੋਰਸ ਦੇ ਦੌਰਾਨ ਤੁਸੀਂ ਕੀ ਕੀਤਾ ਸੋ ਜੋ ਤੁਸੀਂ ਉਸ ਕੋਰਸ ਦੇ ਦੌਰਾਨ ਤੁਸੀਂ ਸਿੱਖਿਆ ਹੋਊਗਾ ਨੌਲੇਜ ਗੇਨ ਕੀਤੀ ਹੋਊਗੀ ਉਹ ਤੁਸੀਂ ਇਸ ਪੇਰਾ ਦੇ ਵਿੱਚ ਐਕਸਪਲੇਨ ਕਰਨੀ ਹੈ ਲਾਸਟ ਹੈਗਾ ਵਾਈ ਕਿਉਂ ਵਧੀਆ ਲੱਗਿਆ ਤੁਹਾਨੂੰ ਉਹ ਕੋਰਸ ਟੀਚਿੰਗ ਸਟਾਈਲ ਵਧੀਆ ਸੀ ਸਿੱਖਣ ਨੂੰ ਬਹੁਤ ਕੁਝ ਮਿਲਿਆ ਡੇਲੀ ਲਾਈਫ ਦੇ ਵਿੱਚ ਹੈਲਪ ਹੋਈ ਉਹ ਤੋਂ ਰਿਲੇਟਿਡ ਤੁਹਾਨੂੰ ਕੋਈ ਜੋਬ ਮਿਲ ਗਈ ਸੋ ਇੱਦਾਂ ਇੱਕ ਕਿਊ ਕਾਰਡ ਪ੍ਰਪੇਅਰ ਕਰਨਾ ਆ ਇੱਦਾਂ ਲੇਆਊਟ ਤਿਆਰ ਕਰੀਦਾ ਹੈ ਆਓ ਦੇਖਦੇ ਹਾਂ ਦਾ ਸਿੰਪਲ ਆਨਸਰ ਵੈਲ ਆਈ ਹੈਵ ਆਲਵੇਜ਼ ਬੀਨ ਇੰਟਰਸਟਿਡ ਇਨ ਲਰਨਿੰਗ ਅ ਨਿਊ ਸਕਿੱਲ ਬਿਕੋਜ਼ ਇਟ ਹੈਲਪਸ ਮੀ ਟੂ ਬਿਕਮ ਅ ਬੈਟਰ ਵਰਜ਼ਨ ਆਫ ਮਾਈ ਸੈਲਫ ਕਹਿੰਦੇ ਕਿ ਮੈਨੂੰ ਹਮੇਸ਼ਾ ਕੋਈ ਨਵੀਂ ਸਕਿੱਲ ਸਿੱਖਣ ਦੀ ਇੰਟਰਸਟ ਰਹਿੰਦਾ ਆ ਹਮੇਸ਼ਾ ਕਿਉਂਕਿ ਇਹਦੇ ਨਾਲ ਮੈਨੂੰ ਹੈਲਪ ਮਿਲਦੀ ਹੈ ਆਪਣਾ ਇੱਕ ਨਵਾਂ ਰੂਪ ਇੱਕ ਨਵਾਂ ਵਰਜ਼ਨ ਦੇਖਣ ਨੂੰ ਮਿਲਦਾ ਆ ਪਰਸਨਲੀ ਆਈ ਬਲੀਵ ਲਾਈਫ ਇਜ਼ ਆਲ ਅਬਾਊਟ ਲਰਨਿੰਗ ਐਂਡ ਇੰਪਰੂਵਿੰਗ ਮੇਰਾ ਇਹ ਮੰਨਣਾ ਆ ਕਿ ਲਾਈਫ ਜੋ ਹੈ ਸਿੱਖਣਾ ਅਤੇ ਆਪਦੇ ਆਪ ਨੂੰ ਇੰਪਰੂਵ ਕਰਨਾ ਆ ਟਿਲ ਨਾਓ ਆਈ ਹੈਵ ਲਰਨਡ ਸਰਟਨ ਸਕਿੱਲਸ ਸਚ ਐਜ਼ ਕੁਕਿੰਗ ਡਰਾਈਵਿੰਗ ਐਂਡ ਡਾਂਸਿੰਗ ਹੁਣ ਤੱਕ ਮੈਂ ਬਹੁਤ ਸਾਰੀਆਂ ਸਕਿੱਲਸ ਸਿੱਖੀਆਂ ਨੇ ਜਿਵੇਂ ਕਿ ਕੁਕਿੰਗ ਹੋ ਗਿਆ ਡਰਾਈਵਿੰਗ ਐਂਡ ਡਾਂਸਿੰਗ ਹਾਊਐਵਰ ਹੇਅਰ ਆਈ ਵੁਡ ਲਾਈਕ ਟੂ ਟੋਕ ਅਬਾਊਟ ਪਰਟੀਕੂਲਰ ਕੋਰਸ ਦੈਟ ਵਾਜ਼ ਵਰਥ ਟੇਕਿੰਗ ਵਰਥ ਹੁੰਦਾ ਆ ਯੂਜ਼ਫੁਲ ਹੋਣਾ ਬਟ ਇੱਥੇ ਮੈਂ ਇੱਕ ਪਰਟੀਕੂਲਰ ਇੱਕ ਸਪੈਸੀਫਿਕ ਕੋਰਸ ਦੀ ਗੱਲ ਕਰਨ ਜਾ ਰਹੀ ਹਾਂ ਜੋ ਕਿ ਬਹੁਤ ਯੂਜ਼ਫੁਲ ਹੈ It was digital marketing course that has become the need of the hour in this technical era. Need of the hour ਹੁੰਦਾ ਆ ਸਮੇਂ ਦੀ ਜ਼ਰੂਰਤ ਬਣਨਾ ਕਹਿੰਦੇ ਉਹ ਡਿਜੀਟਲ ਮਾਰਕੀਟਿੰਗ ਕੋਰਸ ਸੀਗਾ ਜੋ ਮੈਂ ਸਿੱਖਿਆ ਉਹ ਅੱਜ ਕੱਲ੍ਹ ਦੇ ਟੈਕਨੋਲੋਜੀਕਲ ਈਰਾ ਦੇ ਵਿੱਚ ਸਮੇਂ ਦੀ ਜ਼ਰੂਰਤ ਦੀ ਚੀਜ਼ ਬਣ ਚੁੱਕੀ ਹੈ ਆਈ ਵਿਵਡਲੀ ਰਿਮੈਂਬਰ ਦੈਟ ਡਿਊ ਟੂ ਦਾ ਕੋਵਿਡ ਪੈਨਡਮਿਕ everyone was confined to the four walls of the house ਕਨਫਾਈਨਡ ਹੁੰਦਾ ਹੈ ਜੀ ਕੈਦ ਹੋਣਾ ਰਿਸਟ੍ਰਿਕਟਿਡ ਇੱਕ ਏਰੀਆ ਦੇ ਪਾਰਟੀਕੂਲਰ ਏਰੀਆ ਦੇ ਵਿੱਚ ਫਸ ਜਾਣਾ ਐਂਡ 4 ਵਾਲਸ ਆਫ ਦਾ ਹਾਊਸ ਮਤਲਬ ਘਰ ਦੀ 4 ਦੀਵਾਰੀ ਦੇ ਵਿੱਚ ਕਹਿੰਦੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਵਿਵਡਲੀ ਰਿਮੈਂਬਰ ਦਾ ਮਤਲਬ ਹੁੰਦਾ ਚੰਗੀ ਤਰ੍ਹਾਂ ਯਾਦ ਹੋਣਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕੋਵਿਡ ਮਹਾਮਾਰੀ ਜਦੋਂ ਆਈ ਸੀ ਉਦੋਂ ਹਰ ਬੰਦਾ ਆਪਣੀ ਘਰ ਦੀ 4 ਦੀਵਾਰੀ ਦੇ ਵਿੱਚ ਕੈਦ ਸੀਗਾ ਆਲ ਇੰਸਟੀਟਿਊਟਸ ਐਂਡ ਕੋਚਿੰਗ ਸੈਂਟਰਸ ਵਰ ਸ਼ਟ ਡਾਊਨ ਹੁੰਦਾ ਜੀ ਕਲੋਜ਼ ਹੋ ਜਾਣਾ ਸਾਰੇ ਇੰਸਟੀਟਿਊਟਸ ਅਤੇ ਕੋਚਿੰਗ ਸੈਂਟਰਸ ਅਤੇ ਕੋਲਜਿਸ ਕੀ ਸੀਗੇ ਬੰਦ ਸੀਗੇ ਆਈ ਵਾਜ਼ ਗੈਟਿੰਗ ਬੋਰਡ ਸਿਟਿੰਗ ਇਨ ਵਨ ਪਲੇਸ ਮੈਂ ਬੋਰ ਹੋ ਰਹੀ ਸੀ ਜਾਂ ਹੋ ਰਿਹਾ ਸੀ ਇੱਕ ਪਲੇਸ 'ਤੇ ਬੈਠ ਕੇ ਦੇਅਰ ਫੋਰ ਆਈ ਮੇਡ ਅਪ ਮਾਈ ਮਾਈਂਡ ਟੂ ਜੁਆਇਨ ਐਨੀ ਔਨਲਾਈਨ ਕੋਰਸਿਸ ਇਸੇ ਕਰਕੇ ਮੈਂ ਆਪਣਾ ਮਾਈਂਡ ਬਣਾਇਆ ਕਿ ਮੈਂ ਕੋਈ ਔਨਲਾਈਨ ਕੋਰਸ ਜੁਆਇਨ ਕਰੂੰਗੀ ਜਾਂ ਕਰੂੰਗਾ I took advice from my cousin. ਮੈਂ ਐਡਵਾਈਸ ਲਈ ਆਪਣੇ ਕਜ਼ਨ ਤੋਂ ਹੂ ਇਜ਼ ਟੈਕ ਸੇਵੀ ਐਂਡ ਰੈਜ਼ਡਾਈਂਗ ਇਨ ਆਸਟ੍ਰੇਲੀਆ ਜੋ ਕਿ ਟੈਕ ਸੇਵੀ ਹੁੰਦਾ ਹੈ ਜੀ ਜੋ ਜਿਹਨੂੰ ਉਹ ਪਰਸਨ ਜਿਹਨੂੰ ਟੈਕਨੋਲੋਜੀ ਦੀ ਬਹੁਤ ਜ਼ਿਆਦਾ ਨੌਲੇਜ ਹੁੰਦੀ ਹੈ ਕਹਿੰਦੇ ਮੈਂ ਆਪਣੇ ਕਜ਼ਨ ਦੀ ਹੈਲਪ ਲਈ ਜੋ ਕਿ ਟੈਕਨੋਲੋਜੀ ਦੀ ਨੌਲੇਜ ਰੱਖਦਾ ਸੀ ਤਾਂ ਇਸ ਟਾਈਮ ਕਿੱਥੇ ਰਹਿ ਰਿਹਾ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਆ He acquainted me with digital marketing course significance and its popularity. Acquainted ਹੁੰਦਾ ਹੈ ਜੀ
ਅਵੇਅਰ ਕਰਨਾ, ਉਹਨੇ ਮੈਨੂੰ ਅਵੇਅਰ ਕੀਤਾ ਡਿਜੀਟਲ ਮਾਰਕੀਟਿੰਗ ਕੋਰਸ ਬਾਰੇ, ਉਹਦੀ ਇੰਪੋਰਟੈਂਸ ਅਤੇ ਉਹਦੀ ਪੋਪੂਲੈਰਿਟੀ, ਮਤਲਬ ਉਹ ਕਿੰਨਾ ਪੋਪੂਲਰ ਹੈ ਉਹਦੇ ਬਾਰੇ ਮੈਨੂੰ ਉਹਨਾਂ ਨੇ ਦੱਸਿਆ। With his stimulation, I enrolled myself in an online digital marketing course। Stimulation ਹੁੰਦਾ ਆ ਜੀ encouragement ਹੋਣਾ, motivation ਦੇਣਾ। ਕਹਿੰਦੇ ਉਹਦੀ motivation ਦੇ ਕਰਕੇ ਮੈਂ ਆਪਦੇ ਆਪ ਨੂੰ ਐਨਰੋਲਡ ਹੁੰਦਾ ਟੁਕ ਐਡਮਿਸ਼ਨ ਲੈਣਾ। ਮੈਂ ਆਪਦੇ ਆਪ ਦਾ ਐਡਮਿਸ਼ਨ ਕਰਾਇਆ, ਕਿੱਥੇ ਕਰਾਇਆ? ਐਨ ਔਨਲਾਈਨ ਡਿਜੀਟਲ ਮਾਰਕੀਟਿੰਗ ਕੋਰਸ ਦੇ ਵਿੱਚ। ਲੱਕਲੀ ਐਟ ਦੈਟ ਟਾਈਮ ਦੈਟ ਕੋਰਸ ਵਾਜ਼ ਅਵੇਲੇਬਲ ਐਟ 60% ਡਿਸਕਾਊਂਟ ਔਨ ਟੋਟਲ ਫੀਸ ਐਂਡ ਇਟ ਵਾਜ਼ ਕੁਆਇਟ ਰੀਜ਼ਨੇਬਲ ਇਨ ਕੰਪੈਰੀਜ਼ਨ ਟੂ ਅਦਰ ਕੋਰਸਿਸ। ਕਹਿੰਦੇ ਲੱਕੀਲੀ ਉਸ ਟਾਈਮ 'ਤੇ 60% ਡਿਸਕਾਊਂਟ ਚੱਲਦਾ ਸੀਗਾ ਟੋਟਲ ਫੀਸ 'ਤੇ, ਅਤੇ ਇਹ ਕਾਫੀ ਰੀਜ਼ਨੇਬਲ ਸੀ। ਰੀਜ਼ਨੇਬਲ ਹੁੰਦਾ ਮਤਲਬ ਅਫੋਰਡੇਬਲ ਹੋਣਾ, ਕਾਫੀ ਅਫੋਰਡੇਬਲ ਸੀਗਾ ਐਜ਼ ਕੰਪੇਅਰ ਟੂ ਅਦਰ। Apart from that, time duration of this course was 8 months and was divided into 2 parts, basic and advanced। ਕਹਿੰਦੇ ਟਾਈਮ ਪੀਰੀਅਡ ਜੋ ਸੀਗਾ ਉਹ ਸੀਗਾ 8 ਮਹੀਨੇ ਦਾ ਕੋਰਸ ਸੀ ਅਤੇ 2 ਹਿੱਸਿਆਂ 'ਚ ਡਿਵਾਈਡ ਸੀ। ਫਸਟ ਸੀਗਾ ਬੇਸਿਕ ਪਲੱਸ ਐਡਵਾਂਸ, ਮਤਲਬ ਬੇਸਿਕ ਵੀ ਕਰਾਉਂਦੇ ਸੀ ਅਗਰ ਕਿਸੇ ਨੇ ਬੇਸਿਕ ਕਰਨਾ ਸੀ, ਅਤੇ ਐਡਵਾਂਸ ਵੀ ਕਰਾਉਂਦੇ ਸੀਗੇ। ਫੋਰ ਦਾ ਫਸਟ 3 months I gained immense knowledge of the basic and fundamental of digital world। For instance, website designing and development, content writing, marketing on social media platform and so on। ਕਹਿੰਦੇ ਪਹਿਲੇ 3 ਮਹੀਨੇ ਮੈਂ ਬਹੁਤ ਜ਼ਿਆਦਾ ਇਮੈਂਸ ਨੌਲੇਜ, ਮਤਲਬ ਬਹੁਤ ਜ਼ਿਆਦਾ ਹਿਊਜ ਨੌਲੇਜ ਇਕੱਠੀ ਕੀਤੀ। ਕਾਹਦੇ ਬਾਰੇ? ਡਿਜੀਟਲ ਵਰਲਡ ਬਾਰੇ, ਮਤਲਬ ਡਿਜੀਟਲ ਮਾਰਕੀਟਿੰਗ ਦੀ ਬੇਸਿਕ ਟਰਮਸ ਸਿੱਖੀਆਂ, ਬੇਸਿਕ ਫੰਡਾਮੈਂਟਲ ਸਿੱਖੇ। ਐਗਜ਼ਾਮਪਲ ਦੇ ਤੌਰ 'ਤੇ ਵੈਬਸਾਈਟ ਕਿਵੇਂ ਡਿਜ਼ਾਈਨ ਕੀਤੀ ਜਾਂਦੀ ਹੈ, ਉਹਨੂੰ ਕਿਵੇਂ ਡਿਵੈਲਪ ਕਰੀਦਾ ਆ, ਕਿਵੇਂ ਕੰਟੈਂਟ ਰੱਖੀਦਾ ਹੈ। ਕੰਟੈਂਟ ਹੁੰਦਾ ਆ, ਕੰਟੈਂਟ ਰਾਈਟਿੰਗ ਹੁੰਦਾ ਜੋ ਆਪਾਂ ਆਰਟੀਕਲਸ ਵੈਬਸਾਈਟ ਦੇ ਉੱਪਰ ਪੜ੍ਹਦੇ ਹਾਂ। ਮਾਰਕੀਟਿੰਗ ਔਨ ਸੋਸ਼ਲ ਮੀਡੀਆ ਪਲੇਟਫਾਰਮ, ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਕਿਵੇਂ ਹੈਂਡਲ ਕਰੀਦਾ, ਉਹਨਾਂ ਦੇ ਥਰੂ ਕਿਵੇਂ ਮਾਰਕੀਟਿੰਗ ਕਰੀਦੀ ਹੈ, ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ 'ਤੇ ਕਿਵੇਂ ਆਪਾਂ ਆਰਟੀਕਲ ਪਾਉਣੇ ਆ ਅਤੇ ਕਿਵੇਂ ਉਹਨਾਂ ਤੋਂ ਪਬਲਿਸ਼ ਕਰਨਾ ਆ। ਸੋ ਇੱਦਾਂ ਦੀਆਂ ਮੈਂ ਚੀਜ਼ਾਂ ਬੇਸਿਕਸ 'ਚ ਸਿੱਖੀਆਂ ਸੀਗੀਆਂ। ਇਨ ਦਾ ਸੈਕਿੰਡ ਫੇਜ਼ ਆਫ ਕੋਰਸ, ਓਲਡ ਐਡਵਾਂਸ ਟੈਕਨੀਕਸ ਔਰ ਟ੍ਰਿਕਸ ਦੇ ਸ਼ੇਅਰਡ ਹੈਲਪ ਐਨੀਵਨ ਬਿਕਮ ਅ ਫ੍ਰੀਲੈਂਸਰ। ਕਹਿੰਦੇ ਸੈਕਿੰਡ ਫੇਜ਼ ਦੇ ਵਿੱਚ ਸਾਰੀਆਂ ਨਵੀਆਂ ਅਤੇ ਪੁਰਾਣੀਆਂ ਜੋ ਹੈ ਟੈਕਨੀਕਸ ਅਤੇ ਟ੍ਰਿਕਸ ਉਹਨਾਂ ਨੇ ਸ਼ੇਅਰ ਕੀਤੀਆਂ ਸੀ, ਜਿਹਦੇ ਨਾਲ ਕਿਸੇ ਵੀ ਪਰਸਨ ਨੂੰ ਹੈਲਪ ਹੋ ਸਕਦੀ ਸੀ ਫ੍ਰੀਲੈਂਸਰ ਬਣਨ 'ਚ। ਫ੍ਰੀਲੈਂਸਰ ਹੁੰਦਾ ਆ ਕੋਈ ਇੱਕ ਐਵੇਂ ਦਾ ਬੰਦਾ ਜੋ ਆਪਣੀ ਮਰਜ਼ੀ ਨਾਲ ਕੰਮ ਕਰਦਾ ਆ, ਕਿਸੇ ਦੇ ਅੰਡਰ ਕੰਮ ਨਹੀਂ ਕਰਦਾ। ਜਿਵੇਂ ਕਿ ਆਪਾਂ ਕਹਿ ਲਈਏ ਕਿ ਕੋਈ ਜੋਬ ਨਹੀਂ ਕਰਦਾ ਕਿਸੇ ਦੇ ਅੰਡਰ, ਨਾ ਕੋਈ ਬਿਜ਼ਨਸ ਕਰ ਰਿਹਾ, ਨਾ ਕੋਈ ਇਨਵੈਸਟਮੈਂਟ ਹੈ। ਜਦੋਂ ਉਹਦਾ ਦਿਲ ਕਰੂਗਾ ਉਦੋਂ ਉਹ ਕੰਮ ਕਰਦਾ ਆ ਅਤੇ ਉਹ ਕਾਫੀ ਪੈਸਾ ਕਮਾਉਂਦਾ ਆ, ਠੀਕ ਹੈ। ਦਿਸ ਕੋਰਸ ਇੰਪਰੈਸਡ ਮੀ ਇਨ ਮੈਨੀ ਵੇਜ਼। ਇਸ ਕੋਰਸ ਨੇ ਮੈਨੂੰ ਬਹੁਤ ਤਰੀਕਿਆਂ ਨਾਲ ਇੰਪਰੈਸ ਕੀਤਾ। ਫਸਟਲੀ, ਆਫਟਰ ਕੰਪਲੀਟਿੰਗ ਦਿਸ ਕੋਰਸ ਆਈ ਫੈਲਟ ਇੰਡੀਪੈਂਡੈਂਟ ਬਿਕੋਜ਼ ਆਈ ਵਰਕ ਐਜ਼ ਅ ਫ੍ਰੀਲੈਂਸਰ ਨਾਓ ਐਂਡ ਹੈਵ ਅ ਹੈਂਡਸਮ ਰਿਵੈਨਿਊ। ਹੈਂਡਸਮ ਰਿਵੈਨਿਊ ਮਤਲਬ ਅੱਛਾ ਖਾਸਾ ਪੈਸਾ ਮੇਰੇ ਕੋਲ ਆ ਰਿਹਾ ਆ। ਕਹਿੰਦੇ ਕਿ ਇਸ ਕੋਰਸ ਨੇ ਮੈਨੂੰ ਬਹੁਤ ਜ਼ਿਆਦਾ ਇੰਪਰੈਸ ਕੀਤਾ। ਜਦੋਂ ਹੀ ਕੋਰਸ ਖਤਮ ਹੋਇਆ ਅਤੇ ਮੈਂ ਆਪਣੇ ਆਪ ਨੂੰ ਇੰਡੀਪੈਂਡੈਂਟ ਫੀਲ ਕਰ ਰਹੀ ਸੀ, ਕਿਉਂਕਿ ਹੁਣ ਮੈਂ ਇੱਕ ਫ੍ਰੀਲੈਂਸਰ ਦੀ ਤਰ੍ਹਾਂ ਕੰਮ ਕਰ ਰਹੀ ਹਾਂ। ਜਦੋਂ ਮੇਰਾ ਦਿਲ ਕਰਦਾ ਹੈ ਮੈਂ ਕੰਮ ਕਰਦੀ ਹਾਂ ਅਤੇ ਅੱਛਾ ਖਾਸਾ ਰਿਵੈਨਿਊ ਜਨਰੇਟ ਕਰ ਰਹੀ ਹਾਂ। ਮੋਰ ਓਵਰ ਵਿਦ ਦਾ ਹੈਲਪ ਆਫ ਇਟ ਆਈ ਰਨ ਮਾਈ ਓਨ ਵੈਬਸਾਈਟ ਐਂਡ ਯੂਟਿਊਬ ਚੈਨਲ। ਇਹ ਡਿਜੀਟਲ ਮਾਰਕੀਟਿੰਗ ਕੋਰਸ ਦੇ ਹੈਲਪ ਦੇ ਨਾਲ ਹੀ ਮੈਂ ਆਪਣੀ ਵੈਬਸਾਈਟ ਐਂਡ ਯੂਟਿਊਬ ਚੈਨਲ ਰਨ ਕਰ ਰਹੀ ਹਾਂ। ਲਾਸਟ ਬਟ ਨੋਟ ਦਾ ਲੀਸਟ, ਦਿਸ ਕੋਰਸ ਲੈਡ ਟੂ ਅ paradigm shift in the understanding of digital marketing, and I suggest all the youngsters should learn digital marketing to have a better future। ਪੈਰਾਡਾਈਮਿਕ ਸ਼ਿਫਟ ਹੁੰਦਾ ਆ, ਇੱਕ ਡਰਾਸਟਿਕ ਚੇਂਜ ਆਉਣਾ, ਬਹੁਤ ਜ਼ਿਆਦਾ ਚੇਂਜ ਆਉਣਾ। ਕਹਿੰਦਾ ਇਸ ਕੋਰਸ ਦੇ ਨੂੰ ਲੈ ਕੇ ਮੇਰੇ 'ਚ ਇੰਨਾ ਕੁ ਜ਼ਿਆਦਾ ਚੇਂਜ ਆਇਆ ਕਿ ਜੋ ਮੈਂ ਡਿਜੀਟਲ ਮਾਰਕੀਟਿੰਗ ਨੂੰ ਸਮਝ ਰਹੀ ਸੀ ਉਹ ਮੈਂ ਕੁਝ ਹੋਰ ਸਮਝ ਰਹੀ ਸੀ, ਬਟ ਜਦੋਂ ਮੈਂ ਇਹ ਕੋਰਸ ਕਰ ਲਿਆ ਤਾਂ ਉਹ ਚੇਂਜ, ਉਹ ਅੰਡਰਸਟੈਂਡ ਕਰਨਾ ਉਸ ਚੀਜ਼ ਨੂੰ ਮੈਨੂੰ ਪਤਾ ਲੱਗਿਆ ਕਿ ਅਸਲ 'ਚ ਹੈ ਕੀ ਆ। ਅਤੇ ਮੈਂ ਸੁਜੈਸਟ ਕਰੂੰਗੀ ਹਰੇਕ ਯੰਗਸਟਰਸ ਨੂੰ ਕਿ ਉਹਨਾਂ ਨੂੰ ਇਹ ਕੋਰਸ ਜੁਆਇਨ ਕਰਨਾ ਚਾਹੀਦਾ ਹੈ ਬੈਟਰ ਫਿਊਚਰ ਵਾਸਤੇ। ਸੋ ਇਹ ਸੀਗਾ ਜੀ ਸਿੰਪਲ ਆਨਸਰ ਇਸ ਕਿਊ ਕਾਰਡ ਦਾ। ਅੱਗੇ ਦੇਖਦੇ ਹਾਂ ਆਪਾਂ ਇਹਦੇ ਫੋਲੋ ਅਪ। ਫਸਟ ਕੁਐਸਚਨ ਹੈ ਜੀ, ਵਾਈ ਡੂ ਸਮ ਪੀਪਲ ਹੈਵ ਅ ਬੈਟਰ ਮੈਮਰੀ। ਕਿ ਕਿਉਂ ਕਈ ਲੋਕਾਂ ਦੇ ਕੋਲ ਜ਼ਿਆਦਾ ਮੈਮਰੀ ਪਾਵਰ ਹੁੰਦੀ ਹੈ, ਜ਼ਿਆਦਾ ਯਾਦ ਕਰਨ ਦੀ ਸ਼ਮਤਾ ਹੁੰਦੀ ਹੈ। ਵੈਲ ਇਟਸ ਕੰਪਲੀਕੇਟਿਡ ਟੂ ਸੇ ਵਾਈ ਸਮ ਪੀਪਲ ਹੈਵ ਗੁੱਡ ਮੈਮਰੀਜ਼। ਕਹਿੰਦੇ ਕੰਪਲੀਕੇਟਿਡ ਹੈ ਕਹਿਣਾ ਕਿ ਕੁਛ ਲੋਕਾਂ ਕੋਲ ਬਹੁਤ ਚੰਗੀ ਮੈਮਰੀ ਹੁੰਦੀ ਹੈ। ਮੇ ਬੀ ਦਾ ਪੋਸੀਬਲ ਰੀਜ਼ਨ ਫੋਰ ਦੈਟ ਇਜ਼ ਜੈਨੇਟਿਕਸ। ਕਹਿੰਦੇ ਪੋਸੀਬਲ ਰੀਜ਼ਨ ਮੇ ਬੀ ਸ਼ਾਇਦ ਉਹਨਾਂ ਦਾ ਜੈਨੇਟਿਕ ਹੋ ਸਕਦਾ ਕਿ ਉਹਨਾਂ ਦੇ ਪੇਰੈਂਟਸ ਇੱਦਾਂ ਦੇ ਹੋਣਗੇ, ਸ਼ਾਇਦ ਤਾਂ ਕਰਕੇ ਉਹਨਾਂ ਦੀ ਮੈਮਰੀ ਸ਼ਾਰਪ ਹੈ।
However, I personally believe that one can become better at memorization with the help of training। पर मैनू personally इदां लगता है कि कोई भी person better memorization मतलब ज़्यादा तेज बन सकता है ब्रेन तो अगर वो ट्रेनिंग की जाए। नाउ अ डेज देयर आर न्यूमरस ऑफ टेक्निक्स एंड कोर्स अवेलेबल दैट हैल्प टू शार्पन द ब्रेन। कहते बहुत सारी टेक्निक्स ते कोर्सिस आते हैं जिहदे नाल ब्रेन नू शार्प किया जा सकता मतलब मैमरी तेज की जा सकती है। फॉर एग्जाम्पल के तौर पर एट द अर्ली एज ऑफ चाइल्ड पेरेंट्स टेक अ सैशन ऑफ इंटैक्चुअल कोर्स दैट हैल्प दैम टू ट्रेन देयर चाइल्ड विद गुड मैमरी। कहते स्टार्टिंग तो जो बच्चा होंदा आ मतलब अर्ली एज च होंदा आ उदों पेरेंट्स कोई सैशन लैंदे ने जिन्होंने इंटैक्चुअल कोर्स होंदा मैंटल रिलेटिड एक्टिविटीज़ कराई जांदियां उस कोर्स दे विच ते ओह हैल्प करदे उन्हां दे बच्चों नूं ट्रेन करन च ताकि उन्हां दे बच्चों की मैमरी ज़्यादा वधिया हो सके। नैक्सट क्वेश्चन है जी विच कैन हैल्प पीपल रिमैंबर थिंग्स बैटर वर्ड्स और फोटोज़। कहते कि वो चीज़ है जो लोगों नूं कोई भी थिंग रिमैंबर करन च हैल्प करती है वर्ड और फोटोज़। इत्थे और आऊगा फोर नहीं आऊगा एंड आंसर है जी अनडाउटली फोटोज़ लीव अ ग्रेट इंपैक्ट ऑन अ परसनस माइंड एज कंपेयर टू वर्ड्स। कहते बिना किसी शक के आप कह सकते हैं कि फोटोज़ जिहड़ियां ने वो किसी परसन के माइंड से ज़्यादा प्रभाव छड्डदियां ने एज कंपेयर टू वर्ड। दैट्स वाई इट इज़ राइटली सैड दैट अ पिक्चर स्पीक्स अ 1000 वर्ड्स। कहते इस करके ये सही कहा जाता है कि पिक्चर जी है एक फोटो जी है वो 100 शब्द बिना कुछ बोले भी 100 शब्द 1000 शब्द बोल देती है। इन एडिशन टू इट even a child at an early age can easily comprehend photos instead of words. That's why flashcards are being used to teach them in preschools। कहते इस तो अलावा एक ईवन एक चाइल्ड एक बच्चा भी जो है वो अपनी अर्ली एज यानी कि जी वो अर्ली एज होंगी है 1 to लेके 5 ईयर दे विच वो ईजली कॉम्प्रीहेंड का मतलब होंगे अंडरस्टैंड करना फोटोज़ नूं जल्दी अंडरस्टैंड करता है वर्ड के मुकाबले। तो इस करके फ्लैश कार्ड होंगे गत्ते के कार्ड्स होंगे हैं उहदे ते अल्फाबैट्स या बेसिक कलर वगैरह बेसिक थिंग्स लिखियां होंदियां जो कि सिखाइयां जांदियां बच्चों नूं प्री स्कूल दे विच क्योंकि फोटोज़ देख के बच्चा जल्दी सीखता है। नैक्सट है जी कैन टैक्नोलॉजी हैल्प पीपल रिमैंबर थिंग्स बैटर एंड हाउ। कहते कि टैक्नोलॉजी लोगों नूं चीज़ां याद करन च हैल्प करती है एंड किवें। यस इट्स ट्रू टैक्नोलॉजी हैल्प्स इंडिविजुअल टू रिमैंबर थिंग्स थ्रू डिफरेंट सॉफ्टवेयर फॉर एप्लीकेशन। कहते सच है कि टैक्नोलॉजी हैल्प करती है इंडिविजुअल्स नूं चीज़ां याद रखन च सॉफ्टवेयर होवे ते डिफरेंट सॉफ्टवेयर आते हैं तो एप्लीकेशनस आंदियां। फॉर एग्जाम्पल वी डू नॉट नीड टू रिमैंबर एनी मोबाइल नंबर। कहते सानू इस टाइम पर कोई जरूरत नहीं है किसी का मोबाइल नंबर याद करने की। आवर स्मार्टफोन डज दिस फॉर अस। साडा स्मार्टफोन ये काम करता है क्योंकि असीं फीड कर दें नंबर सेव कर दें तो वो हमेशा वास्ते रह जाते हैं। मोरओवर वी कैन पुट अ रिमाइंडर ऑफ एनी ओकेजन लाइक अ बर्थडे और एनिवर्सरी एंड नॉट वरी अबाउट कीपिंग इन माइंड ऑल दीज थिंग्स। आवर फोन रिमाइंड अस ऑफ ऑन टाइम। कहते असीं रिमाइंडर फिट कर लैंदे किसी भी ओकेजन को लैके जिवें बर्थडे या एनिवर्सरी डेट को लैके तो सानू टेंशन नहीं होंदी ये सारियां चीज़ां अपने दिमाग च रखने की क्योंकि साडा फोन जो है सानू टाइम ते रिमाइंडर दे थ्रू रिमाइंड करा ही दिंदा है। सो अनडाउटली टैक्नोलॉजी हैल्प्स अस। सो कहते ये कोई शक नहीं है कि टैक्नोलॉजी हैल्प करती है बट एक्सैस ऑफ एवरीथिंग इज़ बैड। पर जरूरत तो ज़्यादा हरेक चीज़ का यूज़ करना जो है वो की है बैड है। ड्यू टू दिस वी आर डिक्लाइंग द यूसेज ऑफ आवर मैंटल पावर टू रिमेंबर। इस करके असी हौली हौली अपने दिमाग तो जो मैंटल पावर तो कम लैना जो है रिमेंबर करना वो घटता जा रहा भुलते जा रहे हैं। सो ये सीगा जी क्यू कार्ड तो ਉਹਦੇ ਨਾਲ ही फॉलो अप ਸੀਗੇ ਤੇ ਵੋਕੈਬ ਤੁਹਾਡੇ ਨਾਲ शेयर की है। तो आई होप कि अज की वीडियो तुहानूं वधिया लगी होगी। लाइक शेयर तो कमेंट करना ना भूलियो। सबसक्राइब जरूर कर दिओ चैनल नूं अगर तुसीं नए हो तो बैल आइकन नूं भी प्रैस कर लिओ ताकि अगली वीडियो की नोटिफिकेशन तुहाडे तक जल्दी मिल सके। अपने फीडबैक साडे तक जरूर पहुँचाया करो।
ਚੈਨਲ 'ਤੇ ਤੁਸੀਂ ਆ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਅਤੇ ਚੈਨਲ 'ਤੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲ ਜਾਣਗੀਆਂ ਇਸ ਤੋਂ ਰਿਲੇਟਿਡ। ਅਗਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਅਸੀਂ ਹੋਰ ਵੀ ਬਹੁਤ ਸਾਰੇ ਕਿਊ ਕਾਰਡ ਪਾਏ ਆ ਅਤੇ ਤੁਸੀਂ ਉਹਨਾਂ ਦੇ ਵੀ ਸੈਂਪਲ ਆਨਸਰ ਚੈੱਕ ਕਰ ਸਕਦੇ ਹੋ। ਫੀਡਬੈਕ ਜ਼ਰੂਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਆਈਡੀਆ ਕਿੱਦਾਂ ਦਾ ਲੱਗਿਆ ਅਤੇ ਹੋਰ ਕਿਹੜੇ ਟੌਪਿਕ 'ਤੇ ਤੁਸੀਂ ਵੀਡੀਓ ਚਾਹੁੰਦੇ ਹੋ ਜਾਂ ਕਿਹੜੇ ਕਿਊ ਕਾਰਡ 'ਤੇ ਤੁਸੀਂ ਵੀਡੀਓ ਚਾਹੁੰਦੇ ਹੋ। ਆਈ ਹੋਪ ਯੂ ਲਾਈਕਿੰਗ ਦਿਸ ਵੀਡੀਓ। ਥੈਂਕ ਯੂ ਫॉर वॉचिंग।